निग्रह स्नेह कर, निर्वारु संदेह। नाही देख न पाजिए, परम सियाणप ए। चचा रचत चित्र है भारी, तज चित्र चेतो चितकारी। चित्र बचित्र ए है अवझेरा, तज चित्र चितराख चितेरा। छछा ए है छतरपत पासा, छक के न रहो छाड़ के न आसा। रे मन मैं तो छिन छिन समझावा, ताहे छाड़ कत आप बंधावा। वाहिगुरु जी का खालसा, वाहिगुरु जी की फतेह। गुरु सवारी साध संगत जीओ, भगत कबीर जी ने एक एक अखर के आधार ते जग्यासुआं लई कितने सुंदर प्रेरणाजनक उपदेश कीते हैं। वो गल्लां जिसनूं समझण समझाउण लई लोग भटकदे फिरते हैं, सालां बद्धी यतन करते हैं, पर भगत कबीर जी उस वड्डी उलझण नूं बड़े सरल शब्दां विच सुलझाते हैं अते समझाते हैं। गंगा निग्रह स्नेह कर, गंगे अखर द्वारा सिक्ख्या दिंदे। हे भाई, इन्हां अपने इंद्रियां नूं चंगी तरह रोकना कर, इन्हां नूं बाहर दौड़न भजन तो रोक के उस परमात्मा नाल प्यार बनाउणा कर। निर्वारो संदेह, संदेह मन दे अंदर जिहड़ा शंका है, जिन्हों असी सिदकहीनता भी कह सकते हैं। इसे लिए गुरु का सिख रोज अरदास करता है, महाराज विसाह दान भी बख्शो ते भरोसा दान भी बख्शो। विसाह निश्चा होना, मन विचों शंकियां दी निवृत्ति करनी, तां ही किसी ते विसाह किया जा सकता। ते विसाह करके फिर भरोसा करना, इन्हां दोवां दा आपस विच बहुत नेड़े दा संबंध। जे विसाह नहीं ते भरोसा नहीं, जे भरोसा नहीं ते मन का टिकाओ नहीं। इसलिए भगत जी कहते हैं, सब तो पहली गल अपने अंदरों ये संदेह कढ़, ये सिदकहीनता, ये शक दूर करना कर। ये निश्चा कर के मैं ये काम जरूर कर लवांगा। क्योंकि बुजुर्ग क्या करते सन, हिम्मत करे इंसान तो क्या हो नहीं सकता। ऐसा कौन सा मसला है जो हल हो नहीं सकता। उद्यम करेंदियां जियो तू, कमावंदियां सुख पुंज। ध्याएंदियां तू प्रभु मिल, नानक उतरी चिंत। बजुर्गों के कथन इतने कमाए हुए हैं। कहते डिगदे ढहंदे सवार हो जाते हैं, गाते गाते कलाउत हो जाते हैं। ਜਿਹੜੇ ਡਿੱਗਣ ਤੋਂ ਡਰਦੇ ਨੇ ਉਹਨਾਂ ਸਵਾਰੀ ਕੀ ਕਰਨੀ। ਜਿਹੜੇ ਗਾਉਣ ਦਾ ਸੁਰ ਅਭਿਆਸ ਨਹੀਂ ਕਰਦੇ ਉਹਨਾਂ ਨੇ ਵਧੀਆ ਗਵਈਏ ਕੀ ਬਣਨਾ।
ਇਸ ਲਈ ਭਾਈ ਯਤਨ ਕਰਨਾ ਇਹ ਸਾਡਾ ਫਰਜ਼। ਗੰਗਾ ਨਿਗ੍ਰਹਿ ਸਨੇਹ ਕਰ, ਇਸ ਕੰਮ 'ਚ ਪੂਰਾ ਪਿਆਰ ਕਰ, ਪੂਰਾ ਲਗਨ ਨਾਲ ਕਰ ਕਿ ਮੈਂ ਇਹਨਾਂ ਇੰਦਰੀਆਂ ਨੂੰ ਰੋਕਣਾ ਹੈ। ਔਰ ਰੋਕਣ ਦਾ ਤਰੀਕਾ ਗੁਰੂ ਸ਼ਬਦ ਤੋਂ ਸਿੱਖਣਾ। ਜਿਵੇਂ ਦਾਸ ਨੇ ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ ਦੀ ਬਾਣੀ ਵਿੱਚ ਇੱਕ ਇੱਕ ਇੰਦਰੇ ਨੂੰ ਸੰਬੋਧਨ ਕਰਨ ਦੀ ਜਾਚ ਸਿਖਾਈ ਹੈ, ਫਿਰ ਉਹਦੀ ਡਿਊਟੀ ਸਮਝਾਈ ਹੈ। ਇਹ ਰਸਨਾ ਤੂੰ ਅਨਰਸ ਰਾਹ 'ਚ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰਸ ਪੱਲੇ ਨਾ ਪਾਏ। ਹਰਸ ਪਾਏ ਪੱਲੇ, ਪੀਏ ਹਰਸ, ਬਹੁ ਨ ਤ੍ਰਿਸ਼ਨਾ ਲਾਗੈ। ਪਰ ਇਹ ਜ਼ਰੂਰ ਧਿਆਨ ਰੱਖਣਾ ਕਿ ਇਹ ਮੇਰਾ ਫਰਜ਼ ਉਦਮ ਕਰਨਾ, ਫਲ ਪਾਉਣਾ ਪਰਮਾਤਮਾ ਦਾ ਕੰਮ। ਇਹ ਹਰਸ ਕਰਮੀ ਪਾਈਏ, ਸਤਿਗੁਰ ਮਿਲੇ ਜਿਸ ਆਏ, ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ, ਜਾਂ ਹਰ ਵਸੈ ਮਨ ਆਏ। ਇਸ ਤਰ੍ਹਾਂ ਇੱਕ ਇੱਕ ਇੰਦਰੇ ਨੂੰ ਸਮਝਾਉਣਾ ਹੈ। ਇਹ ਨੇਤਰੋ ਮੇਰਿਓ ਹਰ ਤੁਮ ਹੈ ਜੋ ਧਰੀ, ਇਹ ਸ਼੍ਰਵਣੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ। ਗੁਰੂ ਕੇ ਸ਼ਬਦ ਦੁਆਰਾ ਸਾਨੂੰ ਕਿਤਨੀ ਸੁੰਦਰ ਸਿੱਖਿਆ ਮਿਲ। ਪਾਮ ਸੁਹਾਵੇ ਜਾਂ ਤਉ ਧਿਰ ਜੁਲਦੇ, ਸੀਸ ਸੁਹਾਵਾ ਚਰਨੀ, ਮੁਖ ਸੁਹਾਵਾ ਜਾਂ ਤਉ ਜਸ ਗਾਵੇ, ਜਿਉ ਪਿਆ ਤਉ ਸਰਨੀ। ਜੀਵਨਾ ਸਫਲ ਜੀਵਨ, ਭਾਈ ਜੀਵਨਾ ਤੇ ਉਹ ਸਫਲ ਹੈ। ਹਰ ਜਪ ਜਪ ਸਦ ਜੀਵਨਾ, ਪੀਵਨਾ ਜਿਤ ਮਨ ਆਗਾਵੇ, ਨਾਮ ਅੰਮ੍ਰਿਤ ਰਸ ਪੀਵਨਾ। ਕਿਹੜੀ ਗੱਲ ਜਿਹੜੀ ਪਾਤਸ਼ਾਹ ਨੇ ਨਹੀਂ ਸਮਝਾਈ, ਪਰ ਇਸ ਕੰਮ ਨੂੰ ਕਰਨ ਵਾਸਤੇ ਸਾਨੂੰ ਗੁਰਬਾਣੀ ਤੋਂ ਪ੍ਰੇਰਨਾ ਲੈਣੀ, ਤਰੀਕਾ ਸਿੱਖਣਾ ਚਾਹੀਦਾ। ਤੋ ਭਗਤ ਕਬੀਰ ਜੀ ਕਹਿੰਦੇ ਨੇ ਨੰਗੇ ਅੱਖਰ ਦੁਆਰਾ ਨਿਗ੍ਰਹਿ ਸਨੇਹ ਕਰ। ਨਿਗ੍ਰਹਿ ਦਾ ਮਤਲਬ ਹੈ ਇਹਨਾਂ ਇੰਦਰੀਆਂ ਨੂੰ ਵਸੀਕਰਨ ਕਰਨਾ, ਕਾਬੂ ਵਿੱਚ ਲਿਆਉਣਾ। ਜਿਵੇਂ ਇੱਕ ਸਵਾਰ ਹੈ, ਘੋੜਾ ਉਹਦੇ ਥੱਲੇ ਹੈ ਪਰ ਲਗਾਮ ਉਹਦੇ ਹੱਥ ਵਿੱਚ ਨਹੀਂ। ਜਰਾ ਧਿਆਨ ਮਾਰੋ, ਫਿਰ ਉਹਦਾ ਹਸ਼ਰ ਕੀ ਹੋਵੇਗਾ ਸਵਾਰ ਦਾ। ਜਿਸ ਘੋੜੇ ਦੀ ਲਗਾਮ ਸਵਾਰ ਦੇ ਹੱਥ ਵਿੱਚ ਨਹੀਂ, ਉਹ ਘੋੜਾ ਕਿਸੇ ਖੂਹ ਖਾਤੇ ਵਿੱਚ ਸੁੱਟੇਗਾ। ਇਸੇ ਤਰ੍ਹਾਂ ਪਰਮਾਤਮਾ ਨੇ ਸਾਨੂੰ ਸਰੀਰ ਵੀ ਦਿੱਤਾ, ਤੇ ਇਸ ਸਰੀਰ ਦੇ ਨਾਲ 5 ਕਰਮ ਇੰਦਰੇ ਤੇ 5 ਗਿਆਨ ਇੰਦਰੇ ਵੀ ਦਿੱਤੇ ਹਨ। ਇਹਨਾਂ ਨੂੰ ਵਸੀਕਰਨ ਕਰਨਾ। ਹਾਂ, ਇਹ ਜ਼ਰੂਰ ਹੈ ਕਿ ਨਿਸ਼ਚਾ ਰੱਖਣਾ, ਮਨ ਵਸ ਆਵੈ ਨਾਨਕਾ, ਜੇ ਪੂਰਨ ਕਿਰਪਾ ਹੋਏ। ਇਹ ਮਨ ਵਸ ਵਿੱਚ ਆ ਜਾਏ। ਇਸੇ ਲਈ ਗੁਰਮਤ ਵਿੱਚ ਤਥਾ ਭਗਤ ਕਬੀਰ ਜੀ ਨੇ ਮਨ ਨੂੰ ਮਾਰਨ ਤੇ ਜ਼ੋਰ ਨਹੀਂ ਦਿੱਤਾ, ਮਨ ਨੂੰ ਸਵਾਰਨ ਤੇ ਜ਼ੋਰ ਦਿੱਤਾ। ਇਹ ਜਿਤਨੇ ਹੱਠ ਯੋਗੀ ਨੇ, ਇਹ ਮਨ ਮਾਰਨ ਤੇ ਜ਼ੋਰ ਦੇ ਰਹੇ ਨੇ, ਪਰ ਮਨ ਮਾਰਿਆ ਨਹੀਂ ਜਾ ਸਕਦਾ। ਮਨ ਨੂੰ ਸਵਾਰਿਆ ਜਾ ਸਕਦਾ, ਮਨ ਨੂੰ ਕਾਬੂ ਕੀਤਾ ਜਾ ਸਕਦਾ। ਗੁਰੂ ਅਮਰਦਾਸ ਜੀ ਦਾ ਇੱਕ ਕਥਨ ਹੈ, ਨਾ ਮਨ ਮਰੈ ਨਾ ਮਾਇਆ ਮਰੈ, ਜਿਨ ਕਿਛ ਕੀਆ ਸੋਈ ਜਾਣੈ, ਸ਼ਬਦ ਵਿਚਾਰ ਭਉ ਸਾਗਰ ਤਰੈ। ਸ਼ਬਦ ਦੀ ਵਿਚਾਰ ਕਰਕੇ ਜਾਚ ਸਿੱਖਣੀ ਹੈ, ਤੇ ਜਾਚ ਹੀ ਸਿਖਾ ਰਹੇ ਨੇ ਭਗਤ ਜੀ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉ ਕਹਿ ਕਬੀਰਾ,
ਮਨ ਸਾ ਮਿਲਿਆ ਨ ਕੋਏ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤਤ ਕਾ ਜੀਓ। ਇਹ ਮਨ ਲੈ ਜੋ उन मन रह, तो तीन लोक की बातें कह। सचमुच ਮਿਹਨਤ ਕਰਨ ਦੇ ਨਾਲ, ਗੁਰੂ ਜਨਾਂ ਦੇ ਦੱਸੇ ਹੋਏ ਤਰੀਕੇ ਨੂੰ ਕਮਾਉਣ ਦੇ ਨਾਲ ਜ਼ਰੂਰ ਸਫਲਤਾ ਮਿਲਦੀ। ਗੰਗਾ ਨਿਗ੍ਰਹਿ ਸਨੇਹ ਕਰ, ਪਰ ਇਸ ਕੰਮ ਲਈ ਸਮਰਪਿਤ ਹੋਣਾ ਪਏ। ਜੇ ਅਸੀਂ ਦੁਬਿਧਾ ਵਿੱਚ ਰਹੇ, ਦੋ ਚਿੱਤੇਪਨ ਵਿੱਚ ਰਹੇ, ਫਿਰ ਅਸੀਂ ਕਿਸੇ ਮੰਜ਼ਿਲ ਤੇ ਪਹੁੰਚ ਨਹੀਂ ਸਕਦੇ। ਇਸੇ ਲਈ ਕਿਸੇ ਸਿਆਣੇ ਮਨੁੱਖ ਨੇ ਕਿਹਾ ਕਿ ਉਦੋਂ ਤੀਕਰ ਕਾਮਯਾਬੀ ਨਹੀਂ ਹੋ ਸਕਦੀ ਜਦੋਂ ਤੀਕਰ ਰਸਤਾ ਵੀ ਠੀਕ ਹੋਵੇ, ਤੁਰਨ ਵਾਲਾ ਵੀ ਠੀਕ ਹੋਵੇ, ਮੰਜ਼ਿਲ ਵੀ ਠੀਕ ਹੋਵੇ। ਪਰ ਸਾਡੀ ਤੇ ਹਾਲਤ ਤੋਂ ਬਣੀ ਹੋਈ ਹੈ ਕਿ ਰਾਹ ਕਹੀਂ, ਰਾਹੀ ਕਹੀਂ, ਰਹਿਬਰ ਕहीं, यूं भी भरा राह तय हुआ है कहीं। गंगा निग्रह स्नेह कर, ਹੌਲੀ ਹੌਲੀ ਕਿਸੇ ਵੀ ਕੰਮ ਨੂੰ ਕਰਨ ਵਾਸਤੇ ਜਦੋਂ ਲਗਨ ਲੱਗ ਜਾਏ, ਫਿਰ ਉਸ ਵਿੱਚ ਕਾਮਯਾਬੀ ਵੀ ਹੁੰਦੀ। ਨਿਰਵਾਰੋ ਸੰਦੇ, ਤੇ ਜਿੱਥੇ ਸਿਦਕਹੀਨਤਾ ਆ ਜਾਏ, ਜਿੱਥੇ ਡਾਵਾਂ ਡੋਲਤਾ ਆ ਜਾਏ, ਜਿੱਥੇ ਲਰਜਾਹਟ ਆ ਜਾਏ, ਪਤਾ ਨਹੀਂ ਇਹ ਕੰਮ ਹੋਵੇਗਾ ਕਿ ਨਹੀਂ, ਪਤਾ ਨਹੀਂ ਮੈਨੂੰ ਕਾਮਯਾਬੀ ਮਿਲੇਗੀ ਕਿ ਨਹੀਂ, ਉੱਥੇ ਫਿਰ ਡਾਵਾਂ ਡੋਲਦਾ। ਪਰ ਜਿਨ੍ਹਾਂ ਦੇ ਅੰਦਰ, ਕਿਸੇ ਸਿਆਣੇ ਨੇ ਬਹੁਤ ਸੁੰਦਰ ਕਿਹਾ, ਜਿਨਕਾ ਇਸ਼ਕ ਸਾਧਕ ਹੈ वो कब फरियाद करते हैं, लबों पे मोहरे खामोशी दिनों में याद करते हैं। वो तो अपनी लगन नाल लगे जाते। भाई साहब भाई वीर सिंह जी ने बड़ी सुंदर रवाई लिखी। कहते ने मैं पुछ बैठा एक चश्मे नूं, हे इच्छा बल चश्मे, संज होई पर छावें टल गए। क्यों इच्छा बल तू जारी, नैन सरोद कर रही उमें ही, ते टुरनों भी नहीं हारी। सैलानी ते पंछी माली, हन सब आराम बिच आए। सहम स्वादला छारिया सारे, कुदरत टिक गई सारी। अगों की जवाब दिता चश्मे। भाई साहब कहते ने सीने खिच जिन्हां ने खाधी, ओ कर आराम नहीं बहंदे। ने वाले नैना की नींदर, ओ दिने रात पे बहंदे। है को लगन लगी लई जांदी, है टोर अनंत उन्हां दी। वसनों उरे मुकाम न कोई, ओ चाल पे नित रहिंदे। तो भगत जी कहते ने यत्न करो, पर पूरी लगन नाल यत्न करो। जिस काम नूं असीं करना हुंदा, उहनूं फिर असीं पूरी निष्ठा नाल करदे। पर जिहड़े लोग, गुरु अंगद देव जी का कथन है, बद्दा चट्टी जो भरे, ना गुण ना उपकार। सेती खुशी सवारीए, नानक कारज सार। लो इको ही पंक्ति सानू कितना बड़ा मार्गदर्शन करती। गंगा निग्रह स्नेह कर, निर्वारो संदेह। अपने अंदरों ये जिहड़ा संदेह है, ये जिहड़ा शंका है, ये जिहड़ी सिदकहीनता है, इनू दूर करो। ना ही देख ना भाजी है। एक बारी जे कामयाबी नहीं हुई तो कोई गल नहीं, फिर करो, फिर करो, ट्राई अगेन, जरूर कामयाबी। ना ही देख ना भाजी है, भजना ना करो। उस अपने मिशन नूं छड्डना ना करो।
ਪਰਮ ਸਿਆਣਪ ਇਹ ਬਹੁਤ ਵੱਡੀ ਸਿਆਣਪ ਦੀ ਗੱਲ ਹੈ। ਸਿਆਣਾ ਬੰਦਾ ਉਹੋ ਹੀ ਹੈ ਜਿਹੜਾ ਦਿਲ ਨਾ ਛੱਡੇ। ਜਿਹਨੇ ਦਿਲ ਛੱਡ ਦਿੱਤਾ ਉਹ ਗਿਆ, ਉਹ ਕਿਸੇ ਪਾਸੇ ਜੋਗਾ ਵੀ ਨਹੀਂ। ਤੋ ਭਗਤ ਜੀ ਨੇ ਇਹ ਉਹਨਾਂ ਦਾ ਅਨੁਭਵ ਵੀ ਹੈ, ਇਹ ਉਹਨਾਂ ਦੀ ਆਪਣੀ ਕਮਾਈ ਵੀ ਹੈ, ਔਰ ਉਹਨਾਂ ਦੇ ਸਲੋਕਾਂ ਵਿੱਚੋਂ ਇਹ ਸਭ ਕੁਝ ਪਤਾ ਲੱਗਦਾ। ਉਹ ਕਹਿੰਦੇ ਨੇ ਮਾਇਆ ਮੇਰੇ ਸਾਹਮਣੇ ਵੀ ਆਈ, ਮਾਇਆ ਨੇ ਮੈਨੂੰ ਵੀ ਆਪਣੇ ਰਾਹ ਤੋਂ ਖੁੰਝਾਉਣ ਦਾ ਯਤਨ ਕੀਤਾ। ਕਬੀਰ ਆਈ ਮੁਝੇ ਪੈ ਅਨਕ ਕਰੇ ਕਰ ਭੇਸ, ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ। ਇਹ ਮਾਇਆ ਕਈ ਰੂਪ ਬਦਲ ਕੇ ਆਈ, ਕਈ ਭੇਸ ਬਦਲ ਕੇ ਆਈ, ਪਰ ਹਮ ਰਾਖੇ ਗੁਰ ਆਪਣੇ, ਸਾਨੂੰ ਗੁਰੂ ਨੇ ਬਚਾ ਲਿਆ, ਕਿਉਂਕਿ ਅਸੀਂ ਗੁਰੂ ਦੀ ਗੱਲ ਭੁੱਲੇ ਨਹੀਂ। ਖਿਮਾ ਕਰਨਾ, ਅੱਜ ਸਾਡੀ ਇਹ ਹਾਲਤ ਕਿਉਂ ਹੈ ਕਿ ਅਸੀਂ ਨਾ ਗੁਰੂ ਦੇ ਕਹੇ ਮੁਤਾਬਕ ਅੰਮ੍ਰਿਤ ਵੇਲੇ ਉੱਠੀਏ, ਨਾ ਇਸ਼ਨਾਨ ਕਰੀਏ, ਨਾ ਨਿਤਨੇਮ ਕਰੀਏ, ਨਾ ਗੁਰੂ ਸੰਗਤ ਵਿੱਚ ਜਾਈਏ। ਹੁਣ ਜੋ ਕੁਝ ਗੁਰੂ ਸਾਹਿਬ ਕਹਿੰਦੇ ਉਹ ਕਰੀਏ ਹੀ ਨਾ, ਤੇ ਫਿਰ ਕਾਮਯਾਬੀ ਕਿੱਥੋਂ ਮਿਲੇਗੀ। ਭਗਤ ਜੀ ਨੇ ਆਪਣੇ ਜਗਿਆਸੂ ਜੀਵਨ ਦੀਆਂ ਕਈ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਆਖਿਆ ਸਰਪਣੀ ਤੇ ਉੱਪਰ ਨਹੀਂ ਬਲਿਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ। ਇਹ ਹੈ ਬੜੀ ਤਾਕਤਵਰ, ਜਿਹਨੇ ਬ੍ਰਹਮਾ ਵਰਗਿਆਂ ਨੂੰ ਨਹੀਂ ਛੱਡਿਆ, ਵਿਸ਼ਨੂੰ ਵਰਗਿਆਂ ਨੂੰ ਨਹੀਂ ਛੱਡਿਆ। ਪਰ ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ, ਸਾਨੂੰ ਸਾਡੇ ਗੁਰੂ ਨੇ ਬਚਾ ਲਿਆ। ਤੇ ਗੁਰੂ ਕਿਵੇਂ ਬਚਾਉਂਦਾ? ਜੇ ਗੁਰੂ ਦੀ ਗੱਲ ਯਾਦ ਰੱਖੀ, ਜੇ ਗੁਰੂ ਦੇ ਦੱਸੇ ਹੋਏ ਤਰੀਕੇ ਤੇ ਚੱਲੀ। ਲਓ ਹੁਣ 12 ਨੰਬਰ ਸ਼ਲੋਕ 'ਚ ਭਗਤ ਜੀ ਕਹਿੰਦੇ ਨੇ ਸਾਡੀ ਵੀ ਮਜਬੂਰੀ ਹੈ। ਚੱਚਾ ਰਚਤ ਚਿਤਰ ਹੈ ਭਾਰੀ, ਚੱਚੇ ਅੱਖਰ ਦੁਆਰਾ ਫਰਮਾਉਂਦੇ ਨੇ ਰਚਤ ਚਿਤਰ ਹੈ ਭਾਰੀ। ਇਹ ਜਿਹੜਾ ਸੰਸਾਰ ਹੈ ਇਹ ਭਾਰੀ ਚਿੱਤਰ ਹੈ, ਵੱਡਾ ਚਿੱਤਰ ਹੈ, ਕਮਾਲ ਹੈ। ਕਿਤਨਾ ਵੱਡਾ ਸੰਸਾਰ ਹੈ। ਰਾਤੀ ਰੁੱਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾ, ਕਿਤਨਾ ਵੱਡਾ ਸਿਲਸਿਲਾ, ਕੋਈ ਗਿਣਤੀ ਮਿਣਤੀ ਕਰ ਹੀ ਨਹੀਂ ਸਕਦਾ। ਭਾਵੇਂ ਸੰਸਾਰ ਰੂਪੀ ਭਾਰੀ ਚਿੱਤਰ ਉਸ ਪਰਮਾਤਮਾ ਨੇ ਬਣਾਇਆ। ਚੱਚਾ ਰਚਤ ਚਿੱਤਰ ਹੈ ਭਾਰੀ, ਕਿਉਂਕਿ ਹਮੇਸ਼ਾ ਵਿਚਾਰ ਕਰਨ ਵਾਸਤੇ ਪਹਿਲਾਂ ਸਾਨੂੰ ਅੱਖਰੀ ਅਰਥ ਕਰਨੇ ਪੈਣ, ਫਿਰ ਭਾਵ ਅਰਥਾਂ ਵੱਲ ਜਾਣਾ ਪਵੇਗਾ ਕਿ ਭਗਤ ਜੀ ਕਹਿਣਾ ਕੀ ਚਾਹੁੰਦੇ ਨੇ, ਉਹਨਾਂ ਦੇ ਕਹਿਣ ਦਾ ਭਾਵ ਕੀ ਹੈ, ਉਹ ਸਾਨੂੰ ਕੀ ਸਮਝਾਉਣਾ ਚਾਹੁੰਦੇ। ਕਹਿੰਦੇ ਨੇ ਚੱਚਾ ਰਚਤ ਚਿੱਤਰ ਹੈ ਭਾਰੀ, ਭਾਈ ਇਹ ਸੰਸਾਰ ਪ੍ਰਭੂ ਦਾ ਬਣਾਇਆ ਹੋਇਆ ਮਾਨੋ ਇੱਕ ਬਹੁਤ ਵੱਡਾ ਚਿੱਤਰ ਹੈ, ਇੱਕ ਬਹੁਤ ਵੱਡੀ ਤਸਵੀਰ ਹੈ। ਤਜ ਚਿੱਤਰ ਹੈ ਚੇਤੋ ਚਿਤਕਾਰੀ। ਹੁਣ ਸਾਡੇ ਵਿੱਚ ਕਮੀ ਕੀ ਹੈ ਕਿ ਅਸੀਂ ਚਿੱਤਰ ਨੂੰ ਜੱਫਾ ਮਾਰ ਲੈਂਦੇ। ਅਸੀਂ ਧੀਆਂ ਪੁੱਤਰਾਂ ਪਰਿਵਾਰ ਕੋਠੀ ਕਾਰ ਇਹਨਾਂ ਚੀਜ਼ਾਂ ਨੂੰ ਜੱਫਾ ਮਾਰ ਲੈਂਦੇ, ਬਸ ਅਸੀਂ ਰਾਹ 'ਚ ਅਟਕ ਜਾਂਦੇ। ਭਗਤ ਜੀ ਆਂਦੇ ਨੇ ਮੈਂ ਕਈ ਦੇਖੇ ਹਨ, ਕਈ ਦੇਖੇ। ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸ਼ੋ ਕੀਓ ਨ ਮੀਤ। ਕਈ ਸਾਧੂ ਬਣੇ, ਕਈਆਂ ਨੇ ਘਰ ਬਾਰ ਪਰਿਵਾਰ ਛੱਡ ਦਿੱਤਾ, ਪਰ ਥੋੜ੍ਹੀ ਜਿਹੀ ਮਾਨਤਾ ਹੋਈ, ਚੇਲੇ ਚੇਲੀਆਂ ਬਣਾ ਲਏ। ਆਹ ਥੋੜ੍ਹੇ ਜਿਹੇ ਸਮੇਂ ਵਿੱਚ ਚੇਲੇ ਚੇਲੀਆਂ ਬਣਾਉਣ ਵਾਲਿਆਂ ਦਾ ਹਸ਼ਰ ਦੇਖੋ ਕੀ ਹੋ ਰਿਹਾ। 20-20 ਸਾਲ ਲਈ ਜੇਲਾਂ ਵਿੱਚ ਬੈਠੇ ਨੇ। ਭਾਈ ਅੰਦਰੋਂ ਤੇ ਛੱਡਿਆ ਨਹੀਂ, ਅੰਦਰੋਂ ਤੇ ਵਿਕਾਰ ਉਸੇ ਤਰ੍ਹਾਂ ਰਹੇ।
ਇਸੇ ਗੱਲ ਦੀ ਹਉਮੈ ਵਿੱਚ ਮਾਰੇ ਗਏ ਸਾਡੇ ਇਤਨੇ ਫਾਲੋਵਰਸ ਹਨ, ਸਾਨੂੰ ਮੰਨਣ ਵਾਲੇ ਇਤਨੇ ਹਨ। ਭਗਤ ਜੀ ਕਹਿੰਦੇ ਨੇ, ਚੱਚਾ ਰਚਤ ਚਿਤਰ ਹੈ ਭਾਰੀ, ਤਜ ਚਿਤਰੈ ਚੇਤੋ ਚਿਤਕਾਰੀ। ਮੇਰੀ ਸਲਾਹ ਮੰਨੋ, ਤਜ ਚਿੱਤਰ ਹੈ। ਇਸ ਤਸਵੀਰ ਨੂੰ ਛੱਡੋ ਤੇ ਤਸਵੀਰ ਨੂੰ ਬਣਾਉਣ ਵਾਲੇ ਨੂੰ ਯਾਦ ਕਰੋ। ਚੇਤੋ ਚਿਤਕਾਰੀ, ਜਿਸ ਨੇ ਇਹ ਚਿੱਤਰ ਬਣਾਇਆ ਹੈ, ਜਿਸ ਨੇ ਇਹ ਤਸਵੀਰ ਬਣਾਈ ਹੈ, ਉਹਨੂੰ ਯਾਦ ਕਰੋ। ਠੀਕ ਹੈ, ਉਸ ਨੇ ਬੜੀ ਸੁੰਦਰਤਾ ਵੰਡੀ ਹੈ, ਅਸੀਂ ਸੁੰਦਰਤਾ ਤੇ ਲੱਟੂ ਹੋ ਜਾਂਦੇ ਹਾਂ, ਪਰ ਜਿਸ ਨੇ ਸੁੰਦਰਤਾ ਵੰਡੀ ਹੈ ਉਹਦਾ ਧਿਆਨ ਹੀ ਕੋਈ ਨਹੀਂ। ਦੇਖੋ, 2 ਪੰਕਤੀਆਂ ਕਿੱਡੀ ਵੱਡੀ ਗੱਲ ਕਹਿ ਦਿੱਤੀ। ਚੱਚਾ ਰਚਤ ਚਿਤਰ ਹੈ ਭਾਰੀ, ਤਜ ਚਿਤਰੈ ਚੇਤੋ ਚਿਤਕਾਰੀ। ਆਖਿਆ ਉਹ ਲੋਕ ਜਿਹੜੇ ਘਰੋਂ ਤੁਰੇ ਸਨ, ਲੰਗੋਟੀਆਂ ਬੰਨ ਲਈਆਂ, ਭਗਵੇ ਕੱਪੜੇ ਪਾ ਲਏ, ਲੋ ਜੀ ਅਸੀਂ ਸਾਧੂ ਬਣ ਗਏ। ਪਰ ਸਾਧੂ ਕਿੱਥੇ ਬਣੇ, ਉਹਦੇ ਰਾਜ ਹੀ ਫਸ ਗਏ। ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸ਼ੋ ਕੀਓ ਨ ਮੀਤ। ਚਾਲੇ ਥੇ ਹਰ ਮਿਲਣ ਕੋ, ਬੀਚੈ ਅਟਕਿਓ ਚੀਤ। ਤੁਰੇ ਤਾਂ ਸਨ ਰੱਬ ਨੂੰ ਮਿਲਣ ਵਾਸਤੇ, ਪਰ ਰਾਹ ਵਿੱਚ ਹੀ ਚੇਤਾ ਟੱਕੇ। ਇੰਨੇ ਆਸ਼ਰਮ ਬਣਾ ਲਏ, ਇੰਨੇ ਚੇਲੇ ਬਣਾ ਲਏ, ਇੰਨੀਆਂ ਚੇਲੀਆਂ ਬਣਾ ਲਈਆਂ, ਬਸ ਉੱਥੇ ਫਸ ਗਏ। ਭਗਤ ਜੀ ਫਿਰ ਕਹਿੰਦੇ, ਚਿੱਤਰ ਬਚਿੱਤਰ ਇਹ ਹੈ ਅਵਝੇਰਾ। ਇਹ ਬੜੀ ਉਲਝਣ ਵਾਲੀ ਗੱਲ ਹੈ, ਝੰਬੇਲਾ ਹੈ ਕਿ ਅਸੀਂ ਚਿੱਤਰ ਨੂੰ ਬਚਿੱਤਰ ਸੁੰਦਰ ਵੇਖ ਕੇ ਉਹਦੇ ਵਿੱਚ ਹੀ ਫਸ ਜਾਂਦੇ। ਆਹ ਚੀਜ਼ ਬੜੀ ਚੰਗੀ, ਆਹ ਚੀਜ਼ ਬੜੀ ਕਿਤਨਾ ਚੰਗਾ ਹੋਵੇ। ਤੇ ਤਜ ਚਿਤਰੈ ਚਿਤ ਰਾਖ ਚਤੇਰਾ। ਭਾਈ, ਇਸ ਚਿੱਤਰ ਨਾਲ, ਸੰਸਾਰ ਨਾਲ ਲਿਪਟਣ ਦੀ ਬਜਾਏ ਜਿਸ ਨੇ ਸੋਹਣਾ ਚਿੱਤਰ ਬਣਾਇਆ ਚਿੱਤਰਕਾਰ ਨੇ, ਉਹਦੇ ਨਾਲ ਜੁੜਨਾ ਕਰੀ। 2 ਪੰਕਤੀਆਂ ਦੇ ਸ਼ਲੋਕ ਹਨ, ਪਰ ਕਿਤਨਾ ਵੱਡਾ ਉਪਦੇਸ਼ ਹੈ। ਪਰ ਅਸੀਂ ਪੜ੍ਹ ਜਾਂਦੇ ਹਾਂ, ਕਦੇ ਵਿਚਾਰ ਨਹੀਂ ਕਰਦੇ। ਇੱਕ ਸ਼ਲੋਕ ਨੂੰ ਵਿਚਾਰਨ ਦੇ ਨਾਲ ਕਿਤਨਾ ਗਿਆਨ ਮਿਲਦਾ ਹੈ। ਤੇ ਮਹਾਂਪੁਰਸ਼ ਬਿਮਾਰੀ ਵੀ ਦੱਸਦੇ ਨੇ, ਬਿਮਾਰੀ ਦਾ ਕਾਰਨ ਵੀ ਦੱਸਦੇ ਨੇ, ਬਿਮਾਰੀ ਦਾ ਇਲਾਜ ਵੀ ਦੱਸਦੇ ਨੇ। ਚੱਚਾ ਰਚਤ ਚਿਤਰ ਹੈ ਭਾਰੀ, ਤਜ ਚਿਤਰੈ ਚੇਤੋ ਚਿਤਕਾਰੀ। ਚਿੱਤਰ ਬਚਿੱਤਰ ਇਹ ਹੈ ਅਵਝੇਰਾ, ਤਜ ਚਿਤਰੈ ਚਿਤ ਰਾਖ ਚਤੇਰਾ। ਤਾਂ ਹੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਪਿਆਰਿਓ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਤੈ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਿੱਖਿਆ ਲੈ ਕੇ ਉਹਦੇ ਅਨੁਸਾਰ ਚੱਲਣ ਦਾ ਯਤਨ ਕਰੀਏ। ਇਹਨਾਂ ਆਪਣੇ ਗਿਆਨ ਇੰਦਰੀਆਂ ਨੂੰ, ਕਰਮ ਇੰਦਰੀਆਂ ਨੂੰ ਰੋਕਣ ਦਾ ਯਤਨ ਕਰੀਏ। ਤੇ ਜਦੋਂ ਅਸੀਂ ਦਿਲੋਂ ਇਸ ਪਾਸੇ ਲੱਗ ਜਾਵਾਂਗੇ, ਜ਼ਰੂਰ ਉਸ ਦੀ ਕਿਰਪਾ ਹੋਵੇਗੀ, ਔਰ ਜਿਹਦੇ 'ਤੇ ਕਿਰਪਾ ਹੋਵੇਗੀ ਉਹ ਜ਼ਰੂਰ ਕਾਮਯਾਬ ਵੀ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।